Students, Sudarshan here. I we have to lesson second, The March King. It's written by Catherine Little Bakeless. Catherine Little Bakeless was born on December 5, 1895। ਕੈਥਰੀਨ ਲਿਟਲ ਬੇਕਲੈਸ ਦਾ ਜਨਮ ਦਸੰਬਰ 5, 1895 ਵਿੱਚ ਹੋਇਆ ਸੀ ਇਨ ਬਲੂਮਸਬਰਗ, ਪੈਨਸਿਲਵਾਨੀਆ USA ਦੇ ਵਿੱਚ। ਅ ਪਲੇ ਰਾਈਟ ਐਂਡ ਬਾਇਓਗ੍ਰਾਫਰ ਇਨ ਹਰ ਓਨ ਰਾਈਟ। ਇੱਕ ਜੌਨ ਔਨ ਦਾ ਅਮਰੀਕਨ ਰੈਵੋਲੂਸ਼ਨ। ਕੈਥਰੀਨ ਲਿਟਲ ਬੇਕਲੈਸ ਨੇ ਆਪਣੇ ਹਸਬੈਂਡ ਦੇ ਨਾਲ ਅਮਰੀਕਨ ਰੈਵੋਲੂਸ਼ਨ ਦੇ ਬਾਰੇ ਕਿਤਾਬਾਂ ਲਿਖੀਆਂ। ਹਸਬੈਂਡ ਦਾ ਨੇਮ ਉਹਨਾਂ ਦਾ ਜੌਨ ਸੀ। ਹਰ ਇੰਡੀਵਿਜੂਅਲ ਵਰਕਸ ਫੋਕਸਡ ਔਨ ਮਿਊਜ਼ਿਕ। ਉਹਨਾਂ ਦਾ ਆਪਣਾ ਵਿਅਕਤੀਗਤ ਕੰਮ ਮਿਊਜ਼ਿਕ ਦੇ ਉੱਪਰ ਸੀ ਫੋਕਸ ਉਸਦਾ। ਸ਼ੀ ਡਾਈਡ ਇਨ 1992 in Connecticut. There were over 80 British regiments serving in America between 1755 and 1783। 1755 ਤੋਂ ਲੈ ਕੇ 1783 ਦੇ ਵਿੱਚ ਬ੍ਰਿਟਿਸ਼ ਰੈਜੀਮੈਂਟ 80 ਤੋਂ ਉੱਪਰ ਸਨ ਜਿਹੜੀਆਂ ਅਮਰੀਕਾ ਵਿੱਚ ਸਨ। ਬੈਂਡ ਕੰਪਰਾਈਜ਼ਡ ਆਫ ਐਨ ਅਸੋਰਟਮੈਂਟ ਆਫ ਇੰਸਟਰੂਮੈਂਟਸ, ਅਤੇ ਬਹੁਤ ਸਾਰੀਆਂ ਉਹਨਾਂ ਦੀਆਂ ਆਪਣੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇੰਸਟਰੂਮੈਂਟ ਸੀਗੇ ਉਹਨਾਂ ਦੇ ਆਪਣੇ ਬੈਂਡ ਸੀ, ਇਨਕਲੂਡਿੰਗ ਕਲੈਰੀਨੈਟਸ ਮੀਨਿੰਗ ਸ਼ਹਿਨਾਈ, ਓਬੋਜ਼, ਬੈਸੂਨਸ, ਹੌਰਨਸ ਹਵਾ ਦੇ ਯੰਤਰ, ਐਂਡ ਟਰੰਪਟ ਸੰਗੀਤ ਦਾ ਇੱਕ ਯੰਤਰ। ਆਲ ਦੀਜ਼ ਆਰ ਮਿਊਜ਼ੀਕਲ ਇੰਸਟਰੂਮੈਂਟਸ। These military bands not only executed their regimental duties but also played a large role in civilian musical life। ਇਹ ਸਿਰਫ ਆਪਣਾ ਐਗਜ਼ੀਕਿਊਟਿਵ ਦਾ ਕੰਮ ਕਰਨਾ, ਸਿਰਫ ਰੈਜੀਮੈਂਟ ਦੇ ਵਿੱਚ ਹੀ ਕੰਮ ਨਹੀਂ ਸੀ ਕਰਦੇ ਬਲਕਿ ਸਿਵਲ ਜਿਹੜੀਆਂ ਡਿਊਟੀਜ਼ ਵੀ ਪਰਫੋਰਮ ਕਰਦੇ ਸੀ। ਸੋਸਾ ਹੈਡ ਬੀਨ ਪਲੇਇੰਗ ਵਾਇਲਨ ਪ੍ਰੋਫੈਸ਼ਨਲੀ। ਸੋਸਾ ਵਾਇਲਨ ਨੂੰ ਪ੍ਰੋਫੈਸ਼ਨਲੀ ਪਲੇ ਕਰ ਰਿਹਾ ਸੀ। A large number in civilian musical ਸੋਸਾ ਹੈਡ ਬੀਨ ਪਲੇਇੰਗ ਵਾਇਲਨ ਪ੍ਰੋਫੈਸ਼ਨਲੀ। ਸੋਸਾ ਇੱਕ ਪ੍ਰੋਫੈਸ਼ਨ ਸੀ ਵਾਇਲਨ ਦੇ ਵਿੱਚ, ਉਸਦਾ ਕਿੱਤਾ ਸੀ ਕੰਪੋਜ਼ਿੰਗ ਐਂਡ ਅਰੇਂਜਿੰਗ ਫਾਰ ਸੈਵਰਲ ਈਅਰਸ, ਅਤੇ ਕਈ ਸਾਲ ਉਸਨੇ ਇਸ ਨੂੰ ਕੰਪੋਜ਼ ਕੀਤਾ, ਅਰੇਂਜ ਕੀਤਾ। ਐਂਡ ਔਨ ਸੈਵਰਲ ਓਕੇਜ਼ਨਸ ਹੈਡ ਕੰਡਕਟਡ ਥੀਏਟਰ ਔਰਕੈਸਟਰਾਜ਼, ਅਤੇ ਕਈ ਵਾਰ ਉਸਨੇ ਥੀਏਟਰ ਔਰਕੈਸਟਰਾਜ਼ ਵੀ ਕੰਡਕਟ ਕੀਤੇ, ਲਾਈਕ ਦਾ ਵਾਸ਼ਿੰਗਟਨ ਥੀਏਟਰ ਕੋਮਿਕ 9। Thus in 1880 when the US Marine Band was in search of new leadership, ਅਤੇ ਜਦੋਂ 1880 ਦੇ ਵਿੱਚ US Marine Band ਨੂੰ ਨਵੀਂ ਲੀਡਰਸ਼ਿਪ ਦੀ ਸਰਚ ਸੀ, ਸੋਸਾ ਵਾਜ਼ ਦਾ ਪਰਫੈਕਟ ਕੈਂਡੀਡੇਟ। ਉਸ ਸਮੇਂ ਸੋਸਾ ਨੂੰ ਹੀ ਪਰਫੈਕਟ ਕੈਂਡੀਡੇਟ ਮੰਨਿਆ ਗਿਆ, ਪਾਰਟੀਕੂਲਰਲੀ ਬਿਕੋਜ਼ ਹੀ ਹੈਡ ਆਲਰੇਡੀ ਸਰਵਡ 2 enlistments with the US Marine Band as an apprentice musician। ਖਾਸ ਤੌਰ 'ਤੇ ਇਸ ਕਰਕੇ ਕਿ ਉਸਨੇ 2 ਵਾਰ ਪਹਿਲਾਂ ਵੀ US Marine Band ਦੇ ਵਿੱਚ ਅਪ੍ਰੈਂਟਿਸ ਦੇ ਤੌਰ 'ਤੇ ਕੰਮ ਕੀਤਾ ਸੀ, ਸਿਖਿਆਰਥੀ ਦੇ ਤੌਰ 'ਤੇ। May 26 when he accepted leadership of the Marine Band। ਉਹ ਸਿਰਫ 24 ਸਾਲ ਦੇ ਸਨ ਜਦੋਂ ਉਹਨਾਂ ਨੇ ਮੈਰੀਨ ਬੈਂਡ ਦੀ ਲੀਡਰਸ਼ਿਪ ਸਵੀਕਾਰ ਕਰ ਲਈ। ਐਂਡ ਟੂ ਗਿਵ ਏ ਮੋਰ ਅਥੋਰੀਟੇਟਿਵ ਅਪੀਅਰੈਂਸ, ਅਥੋਰੀਟੇਟਿਵ ਮੀਨ ਸਤਾਤਮਕ, ਅਤੇ ਜ਼ਿਆਦਾ ਵਧੀਆ ਅਪੀਅਰੈਂਸ ਦੇਣ ਦੇ ਲਈ ਹੀ ਗਰੂ ਅ ਫੁੱਲ ਬਲੈਕ ਬੀਅਰਡ, ਉਸਨੇ ਆਪਣੀ ਦਾੜੀ ਪੂਰੀ ਵਧਾ ਲਈ। ਸੋਸਾ ਹੈਡ ਦਿਸ ਪੋਜੀਸ਼ਨ ਫਾਰ 12 ਈਅਰਸ, ਅਤੇ 12 ਸਾਲ ਸੋਸਾ ਦੇ ਕੋਲ ਇਹ ਪੋਜੀਸ਼ਨ ਰਹੀ। ਡਿਊਰਿੰਗ ਦਿਸ ਟਾਈਮ ਹੀ ਮੇਡ ਨਿਊਮਰਸ ਚੇਂਜਿਸ। ਇਸ ਸਮੇਂ ਦੇ ਵਿੱਚ ਉਹਨਾਂ ਨੇ ਕਈ ਚੇਂਜਿਸ ਕੀਤੀਆਂ, ਇਨਕਲੂਡਿੰਗ ਐਡਜਸਟਮੈਂਟ ਟੂ ਦਾ ਰੈਪਰੇਟਰੀ ਆਫ ਦਾ ਇਨਸੈਂਬਲ। ਅਤੇ ਉਹਦੇ ਵਿੱਚ ਕਿਹੜੀ ਚੀਜ਼ ਸੀਗੀ ਕਿ ਉਹਨਾਂ ਨੇ ਰਿਪਰੈਟਰੀ ਆਫ ਦਾ ਇਨਸੈਂਬਲ ਦੁਬਾਰਾ ਉਸ ਦੀ ਕਲੈਕਸ਼ਨ ਕੀਤੀ। ਜਿਹੜਾ ਮਿਊਜ਼ਿਕਲ ਕੰਸਰਨ ਐਜ਼ ਲੀਡਰ ਵਾਜ਼ ਟੂ ਸੌਫਨ ਦਾ ਸਾਊਂਡ। ਪਹਿਲਾ ਕੰਸਰਨ ਉਹਨਾਂ ਦਾ ਸੀ ਕਿ ਆਵਾਜ਼ ਨੂੰ ਥੋੜ੍ਹਾ ਠੀਕ ਕੀਤਾ ਜਾਵੇ। ਦੈਟ ਹਿਟ ਦਾ ਗੈਸਟ ਐਜ਼ ਦੇ ਐਂਟਰ ਦਾ ਵਾਈਟ ਹਾਊਸ, ਕਿਉਂਕਿ ਜਦੋਂ ਮਿਊਜ਼ਿਕ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਜਦੋਂ ਐਂਟਰ ਕਰਦੇ ਸੀ ਵਾਈਟ ਹਾਊਸ ਦੇ ਵਿੱਚ ਗੈਸਟ, ਤਾਂ ਉਹਨਾਂ ਨੂੰ ਹਿੱਟ ਕਰਦੀ ਸੀ। ਵਾਈਟ ਹਾਊਸ US ਦੇ ਪ੍ਰੈਜ਼ੀਡੈਂਟ ਦਾ ਹਾਊਸ ਦਾ ਜਿਹੜਾ ਸਥਾਨ ਹੈ ਰਹਿਣ ਦਾ। The present story presents a glimpse of the life of his son। ਜਿਹੜੀ ਇਹ ਸਟੋਰੀ ਹੈ ਤੇ ਮਾਰਚ ਕਿੰਗ, ਗਲਿੰਪਸ ਮੀਨਿੰਗ ਝਲਕ, ਇੱਕ ਝਲਕ ਦੱਸਦੀ ਹੈ ਉਸਦੇ ਪੁੱਤਰ ਦੇ ਜੀਵਨ ਦੀ। ਐਂਡ ਬ੍ਰਿੰਗਸ ਆਊਟ ਦਾ ਫੈਕਟ ਦੈਟ ਵਨ ਕੈਨ ਸਕਸੀਡ ਇਨ ਲਾਈਫ, ਅਤੇ ਇਸ ਤੱਥ ਦਾ ਸਾਨੂੰ ਪਤਾ ਚੱਲਦਾ ਕਿ ਅਸੀਂ ਜੀਵਨ ਵਿੱਚ ਸਫਲ ਹੋ ਸਕਦੇ ਹਾਂ। ਇਫ ਵਨ ਪਰਸੂਜ਼ ਅ ਵੋਕੇਸ਼ਨ ਅਕੋਰਡਿੰਗ ਟੂ ਵਨਸ ਐਪਟੀਟਿਊਡ। ਵੋਕੇਸ਼ਨ ਦਾ ਮਤਲਬ ਕੰਮ, ਜੇ ਅਸੀਂ ਕੋਈ ਕੀਤਾ ਸਾਡੇ ਕੋਲ ਸਾਡੀ ਯੋਗਤਾ ਦੇ ਅਨੁਸਾਰ ਹੈ। ਐਂਡ ਇਨਬੋਰਨ ਟੇਸਟ, ਇਨਬੋਰਨ ਮੀਨਿੰਗ ਜਿਹੜਾ ਸਾਡੇ ਅੰਦਰ ਪੈਦਾ ਹੋਇਆ ਹੋਵੇ। ਆਥਰ ਆਫ ਦਾ ਲੈਸਨ ਐਂਡ ਵਾਟਸ ਦਾ ਨੇਮ of the lesson। Now the story starts।
John Philip Sosa stood on the corner with his mother watching a parade pass by. John Philip Sosa अपनी माता दे नाल एक कॉर्नर विच खड़ा परेड नूं देख रिहा सी. The United States Marine Band was rapidly coming closer to where they stood. United States ਦਾ Marine Band ਉਹਨਾਂ ਦੇ ਕੋਲ ਆ ਰਿਹਾ ਸੀ ਜਿੱਥੇ ਉਹ खड़े हुए सन. Philip jumped up and down and cried excitedly. ਅਤੇ ਉਹ ਜੋਸ਼ ਦੇ ਨਾਲ ਚਲਾਇਆ ਕਹਿਣ ਲੱਗਾ, look mama, there's papa now. Marching along in the brass section. brass section ਦੇ ਵਿੱਚ ਮਾਰਚ ਕਰ ਰਿਹਾ ਸੀ ਮਿਸਟਰ ਸੋਸਾ ਜੌਨ ਫਿਲਿਪ ਸੋਸਾ ਦਾ ਫਾਦਰ ਹੈ. looked very handsome. ਉਹ ਬੜਾ ਹੀ ਹੈਂਡਸਮ ਦਿਖਾਈ ਦੇ ਰਿਹਾ ਸੀ. he winked as he went by. Philip grinned back. winked meaning ਉਹਨਾਂ ਨੇ ਅੱਖ ਚਮਕਣਾ. ਜਿੱਦਾਂ ਹੀ ਉੱਥੋਂ ਨਿਕਲੇ ਤਾਂ ਉਹਨੇ ਦੇਖਿਆ ਜੌਨ ਫਿਲਿਪ ਸੋਸਾ ਵੱਲ ਅਤੇ ਜੌਨ ਫਿਲਿਪ ਸੋਸਾ ਨੇ ਗ੍ਰੀਨ ਬੈਕ ਦਾ ਮੀਨਿੰਗ ਖੁਸ਼ ਹੋਣਾ, ਹੱਸਣਾ. ਉਸਨੇ ਮੁਸਕਾਨ ਦਿੱਤੀ. name of Philip Sosa and where was he working? You have to find the answer from this passage. Philip loved bands. Philip bands ਨੂੰ ਪਿਆਰ ਕਰਦਾ ਸੀ. and the nation's capital was a fine place to hear them during the early 1860s. ਅਤੇ ਰਾਸ਼ਟਰ ਦੀ ਰਾਜਧਾਨੀ ਇੱਕ ਵਧੀਆ ਜਗ੍ਹਾ ਸੀ ਜਿਨ੍ਹਾਂ ਦੇ ਵਿੱਚ ਕਿ 1860 ਦੇ ਵਿੱਚ ਉਹਨਾਂ ਨੂੰ. ਵਾਸ਼ਿੰਗਟਨ ਵਾਜ਼ ਫੁੱਲ ਆਫ ਬੈਂਡ. ਵਾਸ਼ਿੰਗਟਨ ਦੇ ਵਿੱਚ ਬਹੁਤ ਜ਼ਿਆਦਾ ਬੈਂਡ ਸਨ. ਐਂਡ ਫਿਲਿਪ ਲਵਡ ਦੈਮ ਆਲ. ਅਤੇ ਫਿਲਿਪ ਉਹਨਾਂ ਸਾਰਿਆਂ ਨੂੰ ਵਿਦ ਰੈਪਚਰ ਇਨ ਹਿਸ ਆਈਜ਼ ਹੀ ਵਾਚ ਦਾ ਮਰੀਨ ਬੈਂਡ ਇਨ ਆਲ ਇਟਸ ਗਲੋਰੀ. ਫੀਲਿੰਗ ਆਫ ਐਕਸਟ੍ਰੀਮ ਪਲੇਜ਼ਰ. ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਉਸਨੇ ਮੈਰੀਨ ਬੈਂਡ ਦੀ ਸ਼ਾਨ ਨੂੰ ਦੇਖਿਆ ਸੀ. ਐਂਡ ਐਜ਼ ਇਟ ਡਿਸਅਪੀਅਰ ਡਾਊਨ ਦਾ ਸਟਰੀਟ. ਅਤੇ ਜਿਵੇਂ ਹੀ ਇਹ ਸਟਰੀਟ ਦੇ ਵਿੱਚੋਂ ਦਿਖਣੋਂ ਹਟ ਗਿਆ ਹੀ ਵੋ ਟੂ ਬਿਕਮ ਐ ਮਿਊਜ਼ੀਸ਼ੀਅਨ. ਉਸਨੇ ਕਸਮ ਖਾਧੀ ਕਿ ਉਹ ਇੱਕ ਮਿਊਜ਼ੀਸ਼ੀਅਨ ਬਣੇਗਾ, ਸੰਗੀਤਕਾਰ ਬਣੇਗਾ. ਨਾਓ ਹੀਅਰ ਵੀ ਗਿਵ ਦਾ ਕੁਐਸਚਨ, ਵਾਟ ਡਿਡ ਜੌਨ ਫਿਲਿਪ ਸੋਸਾ ਵੋ ਟੂ ਬਿਕਮ? ਕਿ ਜੌਨ ਈਅਰਸ ਓਲਡ ਫਿਲਿਪ ਸਟਾਰਟਿਡ ਟੂ ਅਟੈਂਡ ਅ ਸਕੂਲ ਆਫ ਮਿਊਜ਼ਿਕ ਇਨ ਹਿਜ਼ ਨੇਬਰਹੁੱਡ. ਜਲਦੀ ਹੀ 7 ਸਾਲ ਦਾ ਫਿਲਿਪ ਜਦੋਂ ਹੋਇਆ ਉਸਨੇ ਇੱਕ ਮਿਊਜ਼ਿਕ ਸਕੂਲ ਅਟੈਂਡ ਕਰ ਲਿਆ. ਗੁਆਂਢ ਦੇ ਵਿੱਚ ਹੀ ਸਟੱਡੀਜ਼. ਉਹ ਆਪਣੇ ਸਾਰੇ ਸਬਜੈਕਟ ਉਸਨੂੰ ਪਸੰਦ ਸਨ ਬਟ ਹੀ ਪਾਰਟੀਕੂਲਰਲੀ ਇੰਜੋਇਡ ਲਰਨਿੰਗ ਟੂ ਪਲੇ ਦਾ ਵਾਇਲਨ. ਪਰ ਉਸਨੂੰ ਪਾਰਟੀਕੂਲਰਲੀ ਵਾਇਲਨ ਪਸੰਦ ਸੀ. ਇਟ ਵਾਜ਼ ਨਾਟ ਵੈਰੀ ਲੌਂਗ ਬਿਫੋਰ ਹੀ ਐਕਸੈਲਡ ਇਨ ਪਲੇਇੰਗ ਦੈਟ ਇੰਸਟਰੂਮੈਂਟ. ਇਹ ਬਹੁਤ ਜ਼ਿਆਦਾ ਦੇਰ ਨਹੀਂ ਸੀ ਹੋਈ ਕਿ ਉਸ ਦੇ ਵਿੱਚ ਉਹਨੇ ਮੁਹਾਰਤ ਹਾਸਲ ਕਰ ਲਈ ਸੀ. ਐਕਸੈਲ ਫੋਰ ਹੀ ਵਾਜ਼ ਬੋਥ ਟੈਲੈਂਟਡ ਐਂਡ ਈਗਰ ਟੂ ਲਰਨ. ਕਿਉਂਕਿ ਜਲਦੀ ਉਸਨੇ ਐਕਸੀਲੈਂਸ ਉਸ ਦੇ ਵਿੱਚ ਕਿਉਂ ਹਾਸਲ ਕੀਤੀ? ਕਿਉਂਕਿ ਉਹ ਟੈਲੈਂਟਡ ਸੀ, ਉਸ ਦੇ ਵਿੱਚ ਟੈਲੈਂਟ ਸੀਗਾ ਅਤੇ ਉਸ ਦੇ ਵਿੱਚ ਜਿਹੜੀ ਸਿੱਖਣ ਦੀ ਇੱਛਾ ਸ਼ਕਤੀ ਸੀ. ਬਟ ਫਿਲਿਪ ਡਿਡ ਨਾਟ ਸਪੈਂਡ ਆਲ ਹਿਜ਼ ਟਾਈਮ ਪਲੇਇੰਗ ਦਾ ਵਾਇਲਨ. ਪਰ ਫਿਲਿਪ ਕੀ ਕਰਦਾ ਕਿ ਸਾਰਾ ਸਮਾਂ ਵਾਇਲਨ ਨਹੀਂ ਸੀ ਉਹ ਵਜਾਉਂਦਾ ਰਹਿੰਦਾ. ਹੀ ਲਵ ਟੂ ਪਲੇ ਬੇਸਬਾਲ. ਉਸਦਾ ਦੂਸਰੀ ਕੀ ਖੇਲਣਾ ਵੀ ਪਸੰਦ ਕਰਦਾ ਸੀ. ਐਂਡ ਦੈਟਸ ਵਾਈ ਹੀ ਗੋਟ ਇਨ ਟੂ ਟਰਬਲ ਵਨ ਈਵਨਿੰਗ ਵੈਨ ਹੀ ਵਾਜ਼ 11 years old. ਜਦੋਂ 11 ਸਾਲ ਦਾ ਹੋਇਆ ਤਾਂ ਇੱਕ ਮੁਸੀਬਤ ਵਿੱਚ ਫਸ ਗਿਆ ਇਸੀ ਸ਼ੌਂਕ ਦੇ ਕਰਕੇ. ਡਿਡ ਨਾਟ ਸਪੈਂਡ ਆਲ ਹਿਜ਼ ਟਾਈਮ ਪਲੇਇੰਗ ਦਾ ਵਾਇਲਨ. ਐਂਡ ਐਵਰੀ ਈਅਰ ਐਨ ਈਵਨਿੰਗ ਕੰਸਰਟ ਵਾਜ਼ ਗਿਵਨ ਬਾਈ ਦਾ ਮਿਊਜ਼ਿਕ ਸਕੂਲ. ਹਰ ਸ਼ਾਮ ਨੂੰ ਇੱਕ ਸ਼ਾਮ ਦੀ ਸੰਗੀਤ ਸਭਾ ਹੁੰਦੀ ਸੀਗੀ ਹਰ ਮਿਊਜ਼ਿਕ ਸਕੂਲ ਦੇ ਵਿੱਚ. ਦਿਸ ਈਅਰ ਫਿਲਿਪ ਹੈਡ ਬੀਨ ਚੂਜ਼ਨ ਟੂ ਪਲੇ ਵਾਇਲਨ ਸੋਲੋ. ਸੋਲੋ ਦਾ ਮਤਲਬ ਇਕੱਲੇ ਨੇ ਆਪਣਾ ਵਾਇਲਨ. ਸੀ ਹੈਡ ਬੀਨ ਅਰਨਿੰਗ ਮਨੀ ਬਾਈ ਡਾਇਰੈਕਟਿੰਗ ਏ ਸਮੋਲ ਬੈਂਡ. ਕਈ ਸਾਲਾਂ ਤੋਂ ਇੱਕ ਛੋਟੇ ਜਿਹੇ ਬੈਂਡ ਤੋਂ ਉਹ ਪੈਸਾ ਕਮਾ ਰਿਹਾ ਸੀ. ਸੋ ਦਾ ਥਾਊਟ ਆਫ ਪਲੇਇੰਗ ਇਨ ਦਾ ਕੰਸਰਟ ਡਿਡ ਨਾਟ ਮੇਕ ਹਿਮ ਦਾ ਲੀਸਟ ਬਿਟ ਨਰਵਸ. ਇਸ ਤਰ੍ਹਾਂ ਜਦੋਂ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਕੰਸਰਟ ਉਹ ਕਰੇਗਾ, ਜਿਹੜੀ ਹੈ ਕੰਸਰਟ ਮੀਨਿੰਗ ਸੰਗੀਤ ਸਭਾ ਵਿੱਚ ਭਾਗ ਲਵੇਗਾ, ਉਹ ਬਿਲਕੁਲ ਵੀ ਉਹ ਨਰਵਸ ਨਹੀਂ ਹੋਇਆ, ਘਬਰਾਇਆ ਨਹੀਂ. ਐਂਡ ਬਿਕੋਜ਼ ਹੀ ਡਿਡ ਨਾਟ ਫੀਲ ਨਰਵਸ. ਅਤੇ ਕਿਉਂਕਿ ਉਹ ਘਬਰਾਇਆ ਨਹੀਂ ਹੀ ਡਿਡ ਏ ਫੁਲਿਸ਼ ਥਿੰਗ. ਇਸ ਦੇ ਲਈ ਕੀ ਹੈ, ਇੱਕ ਉਹਦੀ ਮੂਰਖਤਾਪੂਰਨ ਗੱਲ ਸੀ. ਜਿਸ ਦਿਨ ਕਨਸਰਟ ਸੀ ਫਿਲਿਪ ਪਿਚਡ ਅ ਗੇਮ ਆਫ ਬੇਸਬਾਲ. ਫਿਲਿਪ ਨੇ ਇੱਕ ਬੇਸਬਾਲ ਦੀ ਗੇਮ ਖੇਲਣੀ ਸ਼ੁਰੂ ਕਰ ਦਿੱਤੀ. ਹੀ ਵਾਜ਼ ਟਾਇਰਡ ਐਂਡ ਪਫਿੰਗ ਐਜ਼ ਹੀ ਕੇਮ ਡੈਸ਼ਿੰਗ ਹੋਮ ਐਟ ਦਾ ਸਪਰ ਟਾਈਮ. ਜਦੋਂ ਰਾਤ ਦੇ ਖਾਣੇ ਦੇ ਸਮੇਂ ਉਹ ਆਇਆ, ਉਹ ਹੱਫ ਰਿਹਾ ਸੀ. ਪਫਿੰਗ ਮੀਨ ਹੱਫ ਰਿਹਾ ਸੀ, ਟਾਇਰਡ ਮੀਨਿੰਗ ਥੱਕਿਆ ਹੋਇਆ ਸੀ. ਡਰਟ ਵਾਜ਼ ਹਿਜ਼ ਮੋਇਸਟ ਫੋਰਹੈਡ. ਮੋਇਸਟ ਮੀਨਿੰਗ ਜਿਹੜਾ ਗਿੱਲਾ ਸੀ ਉਸਦਾ ਮੱਥਾ, ਉਸਦੇ ਉੱਪਰ ਮਿੱਟੀ ਪਈ ਹੋਈ ਸੀ. ਹਿਸ ਕਲੋਥਸ ਵਰ ਡਸਟੀ ਐਂਡ ਰਿੰਕਲਡ. ਅਤੇ ਉਸਦੇ ਕੱਪੜਿਆਂ ਦੇ ਵਿੱਚ ਮਿੱਟੀ ਸੀ ਅਤੇ ਉਹਨਾਂ ਵਿੱਚ ਵੱਟ ਪੈ ਚੁੱਕੇ ਸੀ. ਆਈ ਐਮ ਸਟਾਰਵਡ. ਮੈਨੂੰ ਭੁੱਖ ਲੱਗੀ ਹੈ. ਹੀ ਕਰਾਈਡ ਐਜ਼ ਹੀ ਪਾਸ ਟੂ ਦਾ ਕਿਚਨ ਔਨ ਹਿਜ਼ ਵੇ ਅਪ ਸਟੇਅਰ. ਜਦੋਂ ਹੀ ਉਹ ਕਿਚਨ ਵੱਲ ਗਿਆ ਜਿਹੜਾ ਕਿ ਪੌੜੀਆਂ ਦੇ ਉੱਪਰ ਸੀ, ਦੇਅਰ ਵਾਜ਼ ਨੋ ਆਂਸਰ. ਉੱਥੇ ਕੋਈ ਆਂਸਰ ਨਾ ਆਇਆ. ਐਂਡ ਸਡਨਲੀ ਫਿਲਿਪ ਰਿਅਲਾਈਜ਼ਡ. ਅਤੇ ਫਿਲਿਪ ਨੇ ਰਿਅਲਾਈਜ਼ ਕੀਤਾ that something was wrong, ਕਿ ਕੁਛ ਨਾ ਕੁਛ ਗਲਤ ਸੀ. The house was so quiet. ਘਰ ਵਿੱਚ ਇੰਨੀ ਸ਼ਾਂਤੀ ਸੀ that he could listen the
ਸਲੋ ਟਿਕਿੰਗ ਆਫ ਦਾ ਬਿਗ ਕਲੌਕ ਇਨ ਦਾ ਹਾਲ, ਕਿ ਉਹ ਘੜੀ ਦੀ ਟਿਕ ਟਿਕ ਦੀ ਆਵਾਜ਼ ਹਾਲ ਦੇ ਵਿੱਚ ਆਰਾਮ ਨਾਲ ਸੁਣ ਸਕਦਾ। ਐਵਰੀਬਾਡੀ ਹੀ ਜੈਲਡ ਮੀਨਿੰਗ ਕਰਾਈਡ, ਉਹ ਚਲਾਇਆ, ਸਾਰੇ ਜਾਣੇ ਕਿੱਥੇ ਗਏ ਹਨ। ਪਜ਼ਲਡ ਬਾਈ ਦਾ ਸਾਇਲੈਂਸ ਆਫ ਦਾ ਹਾਊਸ ਹੋਲਡ, ਘਰ ਦੀ ਸ਼ਾਂਤੀ ਤੋਂ ਪਜ਼ਲ ਹੋ ਕੇ ਫਿਲਿਪ ਰੈਨ ਇਨਟੂ ਦਾ ਕਿਚਨ, ਫਿਲਿਪ ਰਸੋਈ ਵੱਲ ਦੌੜਿਆ। ਔਨ ਦਾ ਟੇਬਲ ਹੀ ਫਾਊਂਡ ਸਮ ਸੈਂਡਵਿਚ, ਨੂੰ ਕੁਝ ਸੈਂਡਵਿਚ ਮਿਲੇ, ਐਂਡ ਅ ਨੋਟ ਫਰੋਮ ਹਿਜ਼ ਮਦਰ, ਅਤੇ ਆਪਣੀ ਮਦਰ ਤੋਂ ਇੱਕ ਨੋਟ ਮਿਲਿਆ। ਸ਼ੀ ਹੈਡ ਬੀਨ ਕਾਲਡ ਅਵੇ ਵੈਰੀ ਸਡਨਲੀ ਬਾਈ ਦਾ ਇਲਨੈਸ ਆਫ ਏ ਫਰੈਂਡ, ਉਸਨੂੰ ਬੜੀ ਜਲਦੀ ਕਿਸੇ ਬਿਮਾਰ ਸਹੇਲੀ ਨੇ ਬੁਲਾ ਲਿਆ ਸੀ। ਸ਼ੀ ਵੁਡ ਨਾਟ ਬੀ ਬੈਕ ਅੰਟਿਲ ਲੇਟ ਇਵਨਿੰਗ, ਉਹ ਵਾਪਸ ਨਹੀਂ ਆਉਣਗੇ, ਸ਼ਾਮ ਤੱਕ ਵਾਪਸ ਨਹੀਂ ਆਉਣਗੇ। ਕਲੌਕ, ਫਿਲਿਪ ਲੁਕਡ ਐਟ ਦਾ ਕਲੌਕ, ਫਿਲਿਪ ਨੇ ਘੜੀ ਵੱਲ ਦੇਖਿਆ। ਹੀ ਵੁਡ ਹੈਵ ਟੂ ਹਰੀ, ਉਸਨੂੰ ਜਲਦੀ ਕਰਨੀ ਪਏਗੀ, ਟੂ ਗੈਟ ਟੂ ਦਾ ਕੰਸਰਟ ਔਨ ਟਾਈਮ, ਤਾਂ ਕਿ ਉਹ ਕੰਸਰਟ 'ਤੇ ਟਾਈਮ 'ਤੇ ਜਾ ਸਕੇ। ਹੀ ਵਾਸ਼ਡ, ਉਹ ਨਹਾਇਆ। ਗੋਬਲ, ਸੈਂਡਵਿਚ, ਗੋਬਲ ਮੀਨਿੰਗ ਨਿਗਲਣਾ, ਜਲਦੀ ਜਲਦੀ ਸੈਂਡਵਿਚ ਨਿਕਲਿਆ। ਐਂਡ ਰੈਨ ਟੂ ਹਿਜ਼ ਰੂਮ ਟੂ ਡਰੈਸ, ਅਤੇ ਆਪਣੇ ਕਮਰੇ ਵਿੱਚ ਤਿਆਰ ਹੋਣ ਲਈ ਚਲਾ ਗਿਆ। ਹੀ ਲੁਕਡ ਫਾਰ ਏ ਸ਼ਰਟ ਇਨ ਦਾ ਡਰਾਰ, ਉਸਨੇ ਡਰਾਰ ਦੇ ਵਿੱਚ ਇੱਕ ਸ਼ਰਟ ਲਈ ਦੇਖਿਆ। ਵੇਅਰ ਇਜ਼ ਕਲੀਨ ਲਾਂਡਰੀ ਵਾਜ਼ ਕੈਪਟ, ਜਿੱਥੇ ਉਸਦੇ ਧੋਤੇ ਹੋਏ ਕੱਪੜੇ ਪਏ ਸਨ। ਦਾ ਡਰਾਰ ਵਾਜ਼ ਐਮਟੀ, ਦਰਾਜ ਜਿਹੜਾ ਸਾਰਾ ਡਰਾਰ ਸੀ ਉਹ ਖਾਲੀ ਸੀ। ਡਰਾਰ ਵਾਜ਼ ਐਮਟੀ। ਦਾ ਲਾਂਡਰੀ ਹੈਡ ਨਾਟ ਯੈਟ ਕਮ ਬੈਕ, ਧੋਤੇ ਹੋਏ ਕੱਪੜੇ ਅਜੇ ਵਾਪਸ ਨਹੀਂ ਸਨ ਆਏ। ਉਹ ਫਿਲਿਪ ਮੋਨਡ ਫੋਰਲੋਰਨੀ ਮੀਨਿੰਗ ਇਕੱਲਾ ਹੀ, ਮੋਨਡ ਮੀਨਿੰਗ ਰੋਇਆ, ਸਿਸਕੀ ਲੈਣਾ। ਵਟ ਸ਼ੈਲ ਆਈ ਡੂ, ਮੈਂ ਕੀ ਕਰਾਂ। ਆਈ ਕਾਂਟ ਪਲੇ ਵਿਦਾਊਟ ਅ ਕਲੀਨ ਸ਼ਰਟ, ਮੈਂ ਕਲੀਨ ਸ਼ਰਟ ਤੋਂ ਬਿਨਾਂ ਕੰਸਰਟ ਵਿੱਚ ਨਹੀਂ ਜਾ ਸਕਦਾ। ਸਡਨਲੀ ਫਿਲਿਪ ਰਿਅਲਾਈਜ਼, ਅਚਾਨਕ ਫਿਲਿਪ ਨੇ ਰਿਅਲਾਈਜ਼ ਕੀਤਾ, ਦੈਟ ਹੀ ਆਊਟ ਟੂ ਟੈਲ ਹਿਜ਼ ਮਿਊਜ਼ਿਕ ਟੀਚਰ ਪ੍ਰੋਫੈਸਰ ਅਸੁਕਤਾ ਐਟ ਵੰਸ, ਕਿ ਉਸਨੂੰ ਆਪਣੇ ਮਿਊਜ਼ਿਕ ਟੀਚਰ ਪ੍ਰੋਫੈਸਰ ਅਸੁਕਤਾ ਨੂੰ ਇੱਕਦਮ ਦੱਸਣਾ ਹੋਏਗਾ। ਰੈਨ ਓਵਰ ਟੂ ਦਾ ਸਕੂਲ ਐਂਡ ਗਾਸਪਡ ਆਊਟ, ਦੱਸਣਾ। ਉਸਨੇ ਉਸ ਸਕੂਲ ਵੱਲ ਦੌੜਿਆ ਅਤੇ ਉਸਨੇ ਐਟ ਫਸਟ ਮਿਸਟਰ ਦਾ ਪ੍ਰੋਫੈਸਰ ਸਕਾਊਲਡ ਵਿਦ ਕੰਸਰਨ, ਪਹਿਲਾਂ ਪ੍ਰੋਫੈਸਰ ਨੇ ਉਸਨੂੰ ਸਮਝ ਕੇ ਉਸਨੂੰ ਝਿੜਕਿਆ। ਸਕਾਲ ਮੀਨਿੰਗ ਝਿੜਕਣਾ, ਪਹਿਲਾਂ ਪ੍ਰੋਫੈਸਰ ਨੇ ਆਪਣਾ ਸਮਝ ਕੇ, ਕੰਸਰਨ ਮੀਨਿੰਗ ਆਪਣਾ ਜਾਣ ਕੇ ਉਸਨੂੰ ਝਿੜਕਿਆ। ਬਟ ਦੈਨ ਹੀ ਸੈਡ, ਫਿਰ ਉਸਨੇ ਕਿਹਾ, ਦੈਟਸ ਆਲ ਰਾਈਟ, ਠੀਕ ਹੈ। ਰਨ ਟੂ ਮਾਈ ਹਾਊਸ, ਮੇਰੇ ਘਰ ਜਾਓ। ਟੈਲ ਮਾਈ ਵਾਈਫ ਟੂ ਗਿਵ ਯੂ ਵਨ ਆਫ ਮਾਈ ਸ਼ਰਟਸ, ਮੇਰੀ ਪਤਨੀ ਨੂੰ ਜਾ ਕੇ ਕਹੋ ਕਿ ਇੱਕ ਸ਼ਰਟ ਤੈਨੂੰ ਦੇ ਦੇਵੇ। ਮਿਸਿਜ਼ ਅਸੁਕਤਾ ਕੁਇਕਲੀ ਫੈਚਡ ਵਨ ਆਫ ਹਰ ਹਸਬੈਂਡਸ ਵਾਈਟ ਸ਼ਰਟਸ, ਮਿਸਿਜ਼ ਅਸੁਕਤਾ ਵਾਜ਼ ਦਾ ਵਾਈਫ ਆਫ ਪ੍ਰੋਫੈਸਰ ਅਸੁਕਤਾ, ਉਹ ਕੀ ਹੈ, ਫੈਚ ਮੀਨਿੰਗ ਲੈ ਕੇ ਆਉਣਾ। ਉਹਨਾਂ ਨੇ ਆਪਣੇ ਹਸਬੈਂਡ ਦੀ ਵਾਈਟ ਸ਼ਰਟ ਲੈ ਕੇ ਆਂਦੀ। ਬਟ ਵੈਨ ਫਿਲਿਪ ਪੁੱਟ ਇਟ ਔਨ, ਪਰ ਜਦੋਂ ਫਿਲਿਪ ਨੇ ਪਹਿਨੀ, ਸ਼ੀ ਬਿਗਨ ਟੂ ਐਕਸਕਲੇਮ, ਉਹਨੇ ਕਿਹਾ, ਓ ਡੀਅਰ ਗ੍ਰੇਸ਼ੀਅਸ, ਉਹ ਸ਼ਾਨਦਾਰ। ਦਾ ਸ਼ਰਟ ਵਾਜ਼ ਸੋ ਲਾਰਜ ਦੈਟ ਫਿਲਿਪ ਵਾਜ਼ ਆਲਮੋਸਟ ਲੋਸਟ ਇਨ ਇਟ, ਸ਼ਰਟ ਇੰਨੀ ਵੱਡੀ ਸੀ ਕਿ ਫਿਲਿਪ ਉਸ ਦੇ ਵਿੱਚ ਲਗਭਗ ਗੁੰਮ ਗਿਆ ਸੀ। ਇਸ ਲਈ ਮਿਸਿਜ਼ ਅਸੁਕਤਾ ਫਾਊਂਡ ਅ ਬਾਕਸ ਆਫ ਪਿੰਸ, ਜਲਦੀ ਨਾਲ ਮਿਸਿਜ਼ ਅਸੁਕਤਾ ਨੇ ਇੱਕ ਪਿੰਨ ਦਾ ਬਾਕਸ ਲੱਭਿਆ। ਇਨ ਅ ਟਵਿੰਕਲਿੰਗ ਹਰ ਨਿੰਬਲ ਫਿੰਗਰਸ ਪਿੰਡ ਇਨਫ ਟਕਸ ਇਨ ਦਾ ਸ਼ਰਟ ਟੂ ਮੇਕ ਇਟ ਫਿਟ ਫਿਲਿਪ, ਇੱਕ ਪਲ ਦੇ ਵਿੱਚ ਹੀ, ਥੋੜ੍ਹੇ ਸਮੇਂ ਵਿੱਚ ਉਸਨੇ ਕੀ ਹੈ, ਕਈ ਸਾਰੀਆਂ ਪਿੰਸ ਉਸਦੇ ਸ਼ਰਟ ਦੇ ਵਿੱਚ ਲਗਾ ਦਿੱਤੀਆਂ। ਦੇ ਬੋਥ ਹੀਵਡ ਅ ਬਿਗ ਸਾਈ ਆਫ ਰਿਲੀਫ, ਉਹਨਾਂ ਨੇ ਸੁੱਖ ਦਾ ਸਾਹ ਲਿਆ। ਵੈਨ ਦਾ ਜੋਬ ਵਾਜ਼ ਫਿਨਿਸ਼, ਜਦੋਂ ਕੰਮ ਖਤਮ ਹੋਇਆ। ਦੈਨ ਫਰੀ ਫਰੋਮ ਐਨਗਜ਼ਾਇਟੀ, ਫਿਰ ਐਨਗਜ਼ਾਇਟੀ ਤੋਂ ਉਹ ਰਹਿਤ ਹੋ ਗਏ। ਫਿਲਿਪ ਹਰੀਡ ਬੈਕ ਟੂ ਦਾ ਸਕੂਲ, ਫਿਲਿਪ ਕੀ ਹੈ, ਸਕੂਲ ਵਾਪਿਸ ਆ ਗਿਆ। ਦੈਟ ਫਾਈਨਲੀ ਬਿਗੈਨ, ਫਿਰ ਕੰਸਰਟ ਸ਼ੁਰੂ ਹੋਇਆ। ਐਂਡ ਸੂਨ ਇਟ ਵਾਜ਼ ਦਾ ਟਾਈਮ ਫਾਰ ਫਿਲਿਪਸ ਆਲਸੋ, ਅਤੇ ਜਲਦੀ ਹੀ ਫਿਲਿਪ ਲਈ ਵੀ ਟਾਈਮ ਸੀ। ਹੀ ਸਟੂਡ ਅਪ ਪਲੇਸ ਦਾ ਵਾਇਲਨ ਅੰਡਰ ਹਿਜ਼ ਚਿਨ, ਉਹ ਖੜਾ ਹੋਇਆ, ਉਸਨੇ ਆਪਣੀ ਚਿੰਨ ਦੇ ਅੰਡਰ ਜਿਹੜਾ ਵਾਇਲਨ ਰੱਖ ਲਿਆ। ਐਂਡ ਰੇਜ਼ਡ ਹਿਜ਼ ਬੋ, ਹੀ ਫੈਲਟ ਅ ਪਿਨ ਪੁਲਿੰਗ ਲੂਜ਼ ਇਨ ਦਾ ਬੈਕ ਆਫ ਹਿਜ਼ ਸ਼ਰਟ, ਫਿਰ ਉਹ ਘਬਰਾ ਗਿਆ, ਡਰ ਗਿਆ, ਜਦੋਂ ਉਸਨੂੰ ਮਹਿਸੂਸ ਹੋਇਆ ਕਿ ਉਸਦੀ ਬੈਕ ਦੇ ਵਿੱਚੋਂ, ਸ਼ਰਟ ਵਿੱਚੋਂ ਇੱਕ ਪਿੰਨ ਲੂਜ਼ ਹੋ ਗਈ ਸੀ। ਬਟ ਹੀ ਰਿਕਾਰਡ ਹਾਊ ਮੈਨੀ ਪਿੰਸ ਹੈਡ ਬੀਨ ਇੰਸਰਟਡ ਇਨ ਦਾ ਸ਼ਰਟ ਐਂਡ ਥਾਊਟ, ਫਿਰ ਉਹਨੇ ਸੋਚਿਆ ਕਿ ਉਹਦੀ ਸ਼ਰਟ ਦੇ ਵਿੱਚ ਬਹੁਤ ਸਾਰੀਆਂ ਪਿੰਸ ਲੱਗੀਆਂ ਹੋਈਆਂ ਸੀ। ਲੂਜ਼ਿੰਗ ਵਨ ਵੋਂਟ ਮੈਟਰ, ਉਸਨੇ ਕਿਹਾ ਕਿ ਜੇ ਇੱਕ ਵਿੱਚੋਂ ਨਿਕਲ ਗਈ ਹੈ ਤਾਂ ਕੋਈ ਫਰਕ ਨਹੀਂ ਪਏਗਾ। ਫਿਲਿਪ ਸਟਾਰਟਡ ਟੂ ਪਲੇ, ਫਿਲਿਪ ਨੇ ਵਜਾਣਾ, ਵਾਇਲਨ ਵਜਾਣਾ ਸ਼ੁਰੂ ਕੀਤਾ। ਐਟ ਫਸਟ ਹਿਜ਼ ਰਾਈਟ ਆਰਮ ਮੂਵਡ ਬੈਕ ਐਂਡ ਫੋਰਥ ਸਲੋਲੀ, ਪਹਿਲਾਂ ਉਸਨੇ ਆਪਣੀ ਰਾਈਟ ਆਰਮ ਨੂੰ ਅੱਗੇ ਅਤੇ ਪਿੱਛੇ ਸਲੋਲੀ ਕੀਤਾ। ਦੈਨ ਮੋਰ ਸਵਿਫਟਲੀ, ਫਿਰ ਤੇਜ਼ੀ ਨਾਲ। ਬਿਫੋਰ ਲੌਂਗ ਦ ਪਿੰਸ ਦੈਟ ਵਰ ਹੋਲਡਿੰਗ ਹਿਜ਼ ਕਾਲਰ, ਇਸ ਤੋਂ ਪਹਿਲਾਂ ਕਿ ਜਿਹੜੀਆਂ ਪਿੰਸ ਉਸਦੇ ਕਾਲਰ ਨੂੰ ਪਕੜਿਆ ਹੋਇਆ ਸੀ, ਜਿੰਨਾ ਸ਼ਰਟ ਕਾਲਰ ਬਿਗਨ ਟੂ ਕ੍ਰੀਪ ਅਪ ਦ ਬੈਕ ਆਫ ਫਿਲਿਪਸ ਹੈਡ, ਅਤੇ ਜਿਹੜੀ ਵੱਡੀ ਸ਼ਰਟ ਸੀ ਉਹ ਪਿੱਛੇ ਨੂੰ ਖਿਸਕਣੀ ਸ਼ੁਰੂ ਹੋ ਗਈ। ਦੈਨ ਦਾ ਅਨਰੂਰੀ ਸਲੀਵਸ ਗ੍ਰਿਊ ਲੂਜ਼ਰ ਐਂਡ ਲੌਂਗਰ, ਫਿਰ ਜਿਹੜੀਆਂ ਖੁੱਲ੍ਹੀਆਂ ਬਾਹਾਂ ਸੀ ਉਹ ਵੱਡੀਆਂ ਹੋ ਗਈਆਂ। ਸਡਨਲੀ ਦ ਸ਼ਰਟ ਫੈਲ ਅਵੇ ਫਰੋਮ ਹਿਸ ਨੀ, ਦਾ ਆਡੀਅੰਸ ਬਿਗਨ ਟੂ ਲਾਫ, ਹੱਸਣਾ ਸ਼ੁਰੂ ਕਰ ਦਿੱਤਾ। ਇਨ ਕਨਫਿਊਜ਼ਨ, ਉਹ ਕੀ ਘਬਰਾਇਆ ਹੋਇਆ ਸੀ, ਕਨਫਿਊਜ਼ ਹੋ ਗਿਆ ਫਿਲਿਪ।
forget what he was playing, कि वो की कर रहा सी भुल गया, and stopped completely, ते पूरी तरह उसने रुक गया. The disaster so upset him that he rushed off the stage. डरा दिता, इन्ना अपसेट हो गया कि रश ऑफ मीनिंग दौड़ जाना, कि स्टेज तो चला गया. एंड सक इन अ डार्क कॉर्नर, ਅਤੇ ਇੱਕ ਡਾਰਕ ਕਾਰਨਰ ਵਿੱਚ ਬੈਠ ਗਿਆ. ਫਾਈਟਿੰਗ ਬੈਕ ਟੀਅਰ, ਅਤੇ ਉਹ ਆਪਣੇ ਅਥਰੂਆਂ ਦੇ ਵਿੱਚ ਭਿੱਜਾ ਹੋਇਆ ਸੀ. ਹੀ ਮੰਬਲ ਗਲੂਮਲੀ, ਉਦਾਸੀ ਨਾਲ ਉਹ ਬੁੜਬੜਾ ਰਿਹਾ ਸੀ. ਮੰਬਲ ਮੀਨਿੰਗ ਹੌਲੀ ਆਵਾਜ਼ ਦੇ ਵਿੱਚ, ਮੈਂ ਚਾਹੁੰਦਾ ਹਾਂ ਕਿ ਮੈਂ ਖਤਮ ਹੋ ਜਾਂਦਾ. ਐਂਡ ਸਕ ਮੀਨਿੰਗ ਟੂ ਲੁੱਕ ਅਵੇ and refuse to speak. The second part of the lesson will be discussed in the next video, and now I am going to tell you the question that have